ਪੰਜਾਬੀ ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 12ਵਾਂ ਅੰਕ 14। ਬੰਬਈ ਵਿੱਚ ਮੈਨੂੰ ਜੀਨੀ ਦੀ ਚਿੱਠੀ ਮਿਲੀ ਕਿ ਉਸ ਨੂੰ ਰੁਪਏ ਦੀ ਤੰਗੀ ਸੀ। ਉਸ ਨੇ ਕਿਚਨ ਦਾ ਖਰਚਾ ਚਲਾਉਣ ਵਾਸਤੇ ਦਫ਼ਤਰ ਦੇ ਕਲਰਕ ਕੋਲੋਂ ਰੁਪਏ ਉਧਾਰ ਲਏ। ਮੈਨੂੰ ਫੌਰਨ ਰੁਪਏ ਭੇਜਣ ਲਈ ਤਾਕੀਦ ਕੀਤੀ। ਮੈਨੂੰ ਫਿਲਮਜ਼ ਡਿਵੀਜ਼ਨ ਤੋਂ 10,000 ਰੁਪਏ ਦਾ ਚੈੱਕ ਮਿਲਿਆ। ਮੈਂ ਤੇ ਗਿਆਨ ਦੋਵੇਂ ਕਾਰਫਾਰਡ ਮਾਰਕੀਟ ਗਏ। ਉੱਥੋਂ ਮੈਂ ਮੰਨੂ ਲਈ ਅੱਗ ਬੁਝਾਉਣ ਵਾਲਾ ਇੰਜਨ ਖਰੀਦਿਆ, ਜਿਸ ਦੀ ਸ਼ਕਲ ਮੈਨੂੰ ਉਸ ਨੇ ਕਾਗਜ਼ ਉੱਤੇ ਵਾਹ ਕੇ ਦਿੱਤੀ ਸੀ। ਜੰਨਤ ਲਈ ਮੋਟਰ ਬੋਟ ਅਤੇ ਰੰਗੀਨ ਤਸਵੀਰਾਂ ਵਾਲੀਆਂ ਕਹਾਣੀਆਂ ਦੀਆਂ ਕਿਤਾਬਾਂ, ਜਿਨੀ ਲਈ ਸਿਲਕ ਦੀ ਡਰੈਸ, ਆਪਣੇ ਲਈ ਨਵੇਂ ਜੁੱਤੇ ਤੇ ਪਤਲੂਨਾਂ। ਮੈਂ ਬੰਬਈ ਮੇਲ ਵਿੱਚ ਆਪਣੀ ਸੀਟ ਬੁੱਕ ਕਰਵਾ ਲਈ ਤੇ ਜੀਨੀ ਨੂੰ ਤਾਜ ਭੇਜੀ ਕਿ ਮੈਂ 28 ਤਰੀਕ ਨੂੰ ਸਵੇਰੇ ਪਹੁੰਚ ਰਿਹਾ ਹਾਂ। ਜਦੋਂ ਗੱਡੀ ਤੇਜ਼ ਪਲਾਂਘਾ ਭਰਦੀ, ਫਾਸਲਾ ਫਾਕਦੀ ਤੇ ਕਾਂਟੇ ਬਦਲਦੀ ਘਰ ਵੱਲ ਦੌੜਨ ਲੱਗੀ ਤਾਂ ਯਕਦਮ ਮੇਰੇ ਅੰਦਰ ਉਦਾਸੀ ਛਾ ਗਈ। ਚੰਡੀਗੜ੍ਹ ਤੋਂ ਬੰਬਈ ਜਾਣ ਲੱਗਿਆਂ ਇੱਕ ਦਿਨ ਪਹਿਲਾਂ ਮਹਿੰਦਰ ਨੇ, ਜੋ ਡਿਪਾਰਟਮੈਂਟ ਵਿੱਚ ਸੀਨੀਅਰ ਡਿਜ਼ਾਈਨਰ ਸੀ, ਬੱਚਿਆਂ ਦੀ ਮੇਰੇ ਨਾਲ ਮੂਵੀ ਫਿਲਮ ਖਿੱਚੀ ਸੀ। ਉਸ ਕੋਲ ਨਿੱਕਾ ਮੂਵੀ ਕੈਮਰਾ ਸੀ ਜੋ ਕਈ ਵਾਰ ਉਹ ਡਿਪਾਰਟਮੈਂਟ ਵਿੱਚ ਵਰਤਦਾ ਸੀ। ਬੱਚੇ ਮੇਰੇ ਨਾਲ ਗੱਲਾਂ ਕਰ ਰਹੇ ਸਨ, ਮੂਰਤਾਂ ਬਣਾ ਰਹੇ ਸਨ ਤੇ ਮੇਰੇ ਨਾਲ ਲਾਡ ਕਰ ਰਹੇ ਸਨ। ਜਦੋਂ ਮੈਂ ਉਹਨਾਂ ਨੂੰ ਗੋਦੀ ਵਿੱਚ ਲੈ ਕੇ ਜ਼ੋਰ ਨਾਲ ਘੁੱਟ ਕੇ ਸੀਨੇ ਨਾਲ ਲਾਇਆ ਤਾਂ ਮੇਰੀ ਠੋਡੀ ਕੰਬਣ ਲੱਗੀ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਫਿਲਮ ਵਿੱਚ ਜੁਦਾਈ ਦੇ ਸੀਨ ਦਾ ਪਾਠ ਕਰ ਰਿਹਾ ਹੋਵਾਂ। ਸਾਰੀ ਗੱਲ ਹੀ ਗੈਰ ਕੁਦਰਤੀ ਜਾਪ ਰਹੀ ਸੀ। ਮੈਨੂੰ ਹੁਣ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਬੱਚੇ ਵਾਕਈ ਮੇਰੇ ਕੋਲੋਂ ਦੂਰ ਜਾ ਰਹੇ ਸਨ। ਜੀਨੀ ਨੇ ਮੈਨੂੰ ਆਖ ਦਿੱਤਾ ਸੀ ਕਿ ਬੱਚੇ ਉਸ ਨਾਲ ਜਾਣਗੇ ਤੇ ਮੈਂ ਜਦੋਂ ਚਾਹਾਂ ਅਮਰੀਕਾ ਆ ਸਕਦਾ ਹਾਂ। ਯੂਨੀਵਰਸਿਟੀ ਆਫ ਵਾਸ਼ਿੰਗਟਨ ਜਾਂ ਕੈਲੀਫੋਰਨੀਆ ਵਿੱਚ ਕਿਸੇ ਥਾਂ ਵੀ ਕੰਮ ਕਰ ਸਕਦਾ ਸਾਂ। ਅਸੀਂ ਇਹ ਗੱਲਾਂ ਕਈ ਵਾਰ ਕਰ ਚੁੱਕੇ ਸਾਂ। ਇਸ ਤੋਂ 4 ਸਾਲ ਪਹਿਲਾਂ ਜਦੋਂ ਪਾਕਿਸਤਾਨ ਨਾਲ ਜੰਗ ਛਿੜੀ ਤੇ ਬੰਗਲਾਦੇਸ਼ ਦੀ ਗੱਲ ਉੱਠੀ ਤੇ ਚੰਡੀਗੜ੍ਹ ਉੱਤੇ ਪਾਕਿਸਤਾਨੀ ਜੈੱਟ ਹਵਾਈ ਜਹਾਜ਼ਾਂ ਨੇ ਬੰਬ ਡੇਗੇ ਤਾਂ ਜੀਨੀ ਨੂੰ ਅਮਰੀਕਨ ਕਾਂਸਲੇਟ ਦੀ ਚਿੱਠੀ ਆਈ ਕਿ ਉਹ ਅਮਰੀਕਨ ਸਰਕਾਰ ਦੇ ਖਰਚ ਉੱਤੇ ਬੱਚਿਆਂ ਸਮੇਤ ਅਮਰੀਕਾ ਜਾ ਸਕਦੀ ਸੀ। ਮੈਂ ਉਸ ਨੂੰ ਪ੍ਰੇਰਿਆ ਕਿ ਉਹ ਅਮਰੀਕਨ ਸਰਕਾਰ ਦੇ ਖਰਚ ਉੱਤੇ ਜ਼ਰੂਰ ਸਿਐਟਲ ਜਾ ਕੇ ਆਪਣੇ ਬਾਪ ਨੂੰ ਮਿਲ ਆਵੇ, ਪਰ ਉਹ ਨਾ ਮੰਨੀ। ਮੇਰੇ ਬਗੈਰ ਅਮਰੀਕਾ ਨਹੀਂ ਸੀ ਜਾਣਾ ਚਾਹੁੰਦੀ। ਹਰ ਰਾਤ ਪਾਕਿਸਤਾਨੀ ਬੰਬਾਂ ਦੇ ਸਹਿਮ ਤੋਂ ਅਸੀਂ ਇੱਕ ਕੋਨੇ ਵਿੱਚ ਸਾਰੇ ਜਣੇ ਇੱਕ ਦੂਜੇ ਨਾਲ ਜੁੜ ਕੇ ਹਨੇਰੇ ਵਿੱਚ ਬੈਠ ਜਾਂਦੇ, ਬੱਤੀਆਂ ਬੁਝਾ ਦਿੰਦੇ, ਪਰਦੇ ਤਾਣ ਦਿੰਦੇ, ਖਿੜਕੀਆਂ ਦੇ ਸ਼ੀਸ਼ਿਆਂ ਨੂੰ ਕਾਲਾ ਰੰਗ ਕਰਕੇ ਉਸ ਉੱਤੇ ਕਾਲੇ ਕਾਗਜ਼ ਚਿਪਕਾ ਦਿੱਤੇ। ਕਮਰੇ ਵਿੱਚ ਇੱਕ ਨਿੱਕੀ ਜਿਹੀ ਮੋਮਬੱਤੀ ਲਗਾ ਕੇ ਉਸ ਨੂੰ ਓਹਲੇ ਰੱਖ ਦਿੰਦੇ ਤਾਂ ਜੋ ਰੋਸ਼ਨੀ ਦੀ ਕੋਈ ਕਿਰਨ ਬਾਹਰ ਨਾ ਚਲੀ ਜਾਵੇ। ਸਹਿਮੇ ਹੋਏ ਮਾਹੌਲ ਵਿੱਚ ਅਸੀਂ ਇੱਕ ਦੂਜੇ ਦੇ ਹੱਥ ਫੜ ਕੇ ਇੱਕ ਦੂਜੇ ਲਈ ਆਸਰਾ ਬਣ ਜਾਂਦੇ। ਹੁਣ ਮੈਂ ਗੱਡੀ ਵਿੱਚ ਬੈਠਾ ਬੱਚਿਆਂ ਤੇ ਜੀਨੀ ਬਾਰੇ ਸੋਚਦਾ ਹੋਇਆ ਸੌ ਗਿਆ। ਸਵੇਰੇ ਗੱਡੀ ਦਿੱਲੀ ਪਹੁੰਚੀ। ਮੈਂ ਉੱਥੇ ਦਿਨ ਭਰ ਰੁਕਿਆ, ਨਿੱਕੇ ਮੋਟੇ ਕੰਮ ਕੀਤੇ ਤੇ ਜੀਨੀ ਲਈ ਅਖਰੋਟਾਂ ਦੀਆਂ ਗਿਰੀਆਂ, ਦਾਖਾਂ ਤੇ ਬਰਾਊਨ ਬ੍ਰੈਡ ਖਰੀਦੀ ਤੇ ਰਾਤ ਦੀ ਗੱਡੀ ਫੜੀ। ਰਾਤ ਬਹੁਤ ਗਰਮੀ ਸੀ। ਕੰਪਾਰਟਮੈਂਟ ਵਿੱਚ ਮੁਸਾਫਰਾਂ ਦੇ ਬਾਸੀ ਸਾਹ ਤੇ ਤਪਦੇ ਗੱਦਿਆਂ ਦੀ ਹਵਾੜ ਸੀ। ਗੱਡੀ ਸਵੇਰੇ 5 ਵਜੇ ਚੰਡੀਗੜ੍ਹ ਪਹੁੰਚੀ। ਅਸਮਾਨ ਦੇ ਮੋਤੀਆ ਰੰਗ ਵਿੱਚ ਨਿੱਕੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ, ਪਰ ਹਵਾ ਹਾਲੇ ਵੀ ਗਰਮ ਸੀ। ਕੁਲੀ ਨੇ ਮੇਰਾ ਸਮਾਨ ਤੇ ਤੋਹਫਿਆਂ ਦੇ ਬੰਡਲ ਚੁੱਕੇ ਤੇ ਟੈਕਸੀ ਵਿੱਚ ਰੱਖ ਦਿੱਤੇ। ਰਸਤੇ ਵਿੱਚ ਮੈਂ ਗੁਲਮੋਹਰ ਦੇ ਦਰਖਤ ਦੇਖੇ, ਦੂਰ ਵੱਡਾ ਸੈਕਟਰੀਏਟ, ਰੋਜ਼ ਗਾਰਡਨ ਤੇ ਜਾਣੀਆਂ ਪਛਾਣੀਆਂ ਸੜਕਾਂ। ਇਸ ਨਾਲ ਮੇਰੇ ਅੰਦਰ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਤੇ ਇਸ ਖਿਆਲ ਨਾਲ ਵੀ ਕਿ ਮੇਰਾ ਬੱਚਾ ਮੇਰਾ ਖੜਕਾ ਸੁਣਨ ਸਾਰ ਬਿਸਤਰਿਆਂ ਵਿੱਚੋਂ ਇਸ਼ਾਰਾ ਮਾਰ ਕੇ ਉੱਠਣਗੇ ਤੇ ਆਪਣੇ ਤੋਹਫੇ ਦੇਖਣ ਲਈ ਮੈਨੂੰ ਚਿੰਬੜ ਜਾਣਗੇ। ਟੈਕਸੀ ਘਰ ਪਹੁੰਚ ਗਈ। ਹਰ ਪਾਸੇ ਖਾਮੋਸ਼ੀ ਸੀ। ਪਹਿਲਾਂ ਜਦੋਂ ਕਦੇ ਮੈਂ ਬਾਹਰੋਂ ਮੁੜਦਾ, ਜੀਨੀ ਟੈਕਸੀ ਦੇ ਖੜਾਕ ਨਾਲ ਉੱਠ ਬੈਠਦੀ, ਦਰਵਾਜ਼ਾ ਖੋਲ੍ਹਦੀ। ਮੈਨੂੰ ਸੀਨੇ ਨਾਲ ਲਾ ਕੇ ਉਹ ਮੇਰਾ ਨਿੱਕਾ ਬੈਗ ਦੇ ਤੋਹਫਿਆਂ ਦਾ ਬੰਡਲ ਚੁੱਕ ਕੇ ਮੈਨੂੰ ਅੰਦਰ ਲਿਜਾਂਦੀ। ਫਿਰ ਉਹ ਸਵੇਰ ਦੀ ਚਾਹ ਵਾਸਤੇ ਪਾਣੀ ਦੀ ਕੇਤਲੀ ਉਬਾਲਣੀ ਧਰਦੀ। ਮੈਂ ਘੰਟੀ ਵਜਾਈ ਤੇ ਇੰਤਜ਼ਾਰ ਕੀਤਾ। ਮੈਂ ਜਾਲੀ ਵਾਲੇ ਦਰਵਾਜ਼ੇ ਵਿੱਚ ਦੀ ਬੈੱਡਰੂਮ ਵਿੱਚ ਝਾਕਿਆ। ਦੂਹਰਾ ਦਰਵਾਜ਼ਾ ਬੰਦ ਸੀ। ਖਿੜਕੀ ਵੀ ਅੰਦਰੋਂ ਜੜੀ ਹੋਈ ਸੀ, ਪਰ ਏਅਰ ਕੰਡੀਸ਼ਨ ਚੱਲ ਰਿਹਾ ਸੀ। ਮੈਂ ਫਿਰ ਘੰਟੀ ਵਜਾਈ। ਕੀ ਹੋ ਗਿਆ ਸੀ ਅੰਦਰ? ਮੈਂ ਇੱਕ ਦਿਨ ਪਹਿਲਾਂ ਆ ਗਿਆ ਸੀ ਉਸ ਨੂੰ ਤੇ ਬੱਚਿਆਂ ਨੂੰ ਅਚਾਨਕ ਖੁਸ਼ੀ ਦੇਣ ਲਈ। ਉਸਨੇ ਬੈੱਡਰੂਮ ਦਾ ਦਰਵਾਜ਼ਾ ਅੰਦਰੋਂ ਕਿਉਂ ਬੰਦ ਕਰ ਰੱਖਿਆ ਸੀ? ਸ਼ਾਇਦ ਉਹ ਬੰਟਿਆਂ ਵਰਗੀਆਂ ਅੱਖਾਂ ਵਾਲਾ ਆਦਮੀ ਅੰਦਰ ਹੋਵੇ। ਜ਼ਰੂਰ ਉਹ ਹੈ। ਮੇਰਾ ਦਿਲ ਘਿਰਨ ਲੱਗਾ। ਇਹ ਬਿਲਕੁਲ ਉਹਨਾਂ ਨਾਵਲਾਂ ਵਰਗਾ ਕਿੱਸਾ ਸੀ ਜਿੱਥੇ ਜੰਗ ਉੱਤੇ ਗਿਆ ਮਰਦ ਵਾਪਸ ਅਚਾਨਕ ਆਉਂਦਾ ਹੈ ਤੇ ਆਪਣੀ ਪਤਨੀ ਨੂੰ ਕਿਸੇ ਹੋਰ ਮਰਦ ਨਾਲ ਬਿਸਤਰੇ ਵਿੱਚ ਪਈ ਦੇਖਦਾ ਹੈ। ਮੇਰੇ ਅੰਦਰ ਯਕਦਮ ਇੱਕ ਖਾਹਿਸ਼ ਪੈਦਾ ਹੋਈ ਕਿ ਉਸ ਨੂੰ ਬੇਇੱਜ਼ਤ ਕਰਾਂ ਤੇ ਫਿਟਕਾਰ ਪਾਵਾਂ। ਗੁੱਸਾ ਵੀ ਆਇਆ। ਮੈਂ ਉਸ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਇਸ ਆਦਮੀ ਨੂੰ ਨਾ ਮਿਲੇ।
ਕਦੇ ਵੀ ਇਸ ਨੂੰ ਘਰ ਵਿੱਚ ਨਾ ਆਉਣ ਦੇਵੇ। ਜਿਤਨੀ ਦੇਰ ਉਹ ਮੇਰੇ ਨਾਲ ਪਤਨੀ ਦੇ ਰੂਪ ਵਿੱਚ ਰਹਿ ਰਹੀ ਸੀ। ਯਕਦਮ ਏਅਰ ਕੰਡੀਸ਼ਨਰ ਬੰਦ ਹੋ ਗਿਆ। ਮੈਨੂੰ ਲੱਗਾ ਕਿ ਮੇਰੇ ਅੰਦਰ ਦਾ ਤੂਫਾਨ ਵੀ ਬੰਦ ਹੋ ਗਿਆ। 1 ਮਿੰਟ ਹੋਰ, ਪੈਰਾਂ ਦੀ ਚਾਲ, ਚਿਟਕੜੀ ਦੇ ਖੁੱਲ੍ਹਣ ਦੀ ਆਵਾਜ਼ ਤੇ ਬਾਹਰ ਦਾ ਦਰਵਾਜ਼ਾ ਖੁੱਲ੍ਹਿਆ। ਇਹ ਦੁੱਲਾ ਰਾਮ ਸੀ। ਉਸਨੇ ਸੁੱਤ ਉਨਿੰਦਰ ਵਿੱਚ ਨਮਸਤੇ ਆਖੀ ਤੇ ਮੇਰਾ ਸਮਾਨ ਚੁੱਕਿਆ। ਮੈਂ ਅੰਦਰ ਗਿਆ। ਨਿੱਕੇ ਲਾਂਜ ਦੀ ਹਵਾ ਘੁੱਟਵੀਂ ਸੀ, ਬਾਸੀ ਮੁਸ਼ਕ, ਇੱਕ ਅਜੀਬ ਬੇਚੈਨੀ ਤੇ ਖਾਲੀਪਣ। ਮੈਂ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਗਿਆ। ਉੱਥੇ ਕੋਈ ਨਹੀਂ ਸੀ। ਮੇਰੀਆਂ ਅੱਖਾਂ ਸਾਈਡ ਬੋਰਡ ਦੇ ਸ਼ੈਲਫ ਉੱਤੇ ਪਈਆਂ। ਹਜ਼ਰਤ ਈਸਾ ਦੀ ਤਸਵੀਰ ਗਾਇਬ ਸੀ ਤੇ ਨਾਲ ਹੀ ਜੀਨੀ ਦੇ ਬੁਰਸ਼ ਤੇ ਕੰਘੀਆਂ। ਮੈਂ ਸ਼ੈਲਫ ਖੋਲ੍ਹਿਆ। ਇਹ ਖਾਲੀ ਸੀ। ਹੈਰਾਨ ਪਰੇਸ਼ਾਨ ਮੈਂ ਦੂਜੇ ਕਮਰੇ ਵਿੱਚ ਗਿਆ ਜਿੱਥੇ ਬੱਚੇ ਸੌਂਦੇ ਸਨ। ਇਹ ਵੀ ਖਾਲੀ ਸੀ। ਮੈਂ ਲਾਂਜ ਵਿੱਚ ਮੁੜਿਆ ਤੇ ਦੁੱਲਾ ਰਾਮ ਨੂੰ ਪੁੱਛਿਆ, ਮੇਮ ਸਾਹਿਬ ਕਿੱਥੇ ਨੇ? ਸ਼ਿਮਲੇ ਗਏ ਹੋਏ ਨੇ ਕੁਝ ਦਿਨਾਂ ਵਾਸਤੇ, ਉਸਨੇ ਉੱਤਰ ਦਿੱਤਾ। ਬੱਚੇ? ਉਹਨਾਂ ਦੇ ਨਾਲ ਹੀ। ਕਦੋਂ ਗਏ? ਕੱਲ੍ਹ। ਮੇਰੀ ਤਾਰ ਨਹੀਂ ਸੀ ਮਿਲੀ ਉਹਨਾਂ ਨੂੰ? ਮਿਲੀ ਸੀ ਤੇ ਉਹ ਭੁੱਬਾ ਮਾਰ ਕੇ ਰੋਣ ਲੱਗਾ। ਕੀ ਹੋਇਆ? ਹੰਝੂ ਪੂੰਝਦਾ ਉਹ ਬੋਲਿਆ, ਮੈਨੂੰ ਪਤਾ ਨਹੀਂ। ਮੇਮ ਸਾਹਿਬ ਆਖਦੇ ਸਨ ਕਿ ਉਹ ਕੁਝ ਦੋਸਤਾਂ ਨੂੰ ਮਿਲਣ ਵਾਸਤੇ ਜਾ ਰਹੇ ਹਨ ਤੇ ਛੇਤੀ ਹੀ ਮੁੜ ਆਉਣਗੇ, ਪਰ ਪਤਾ ਨਹੀਂ। ਮੈਂ ਘਰ ਦੇ ਹਰ ਕਮਰੇ ਵਿੱਚ ਗਿਆ। ਦੇਖਿਆ ਕਿ ਪਿੱਛੇ ਜੀਨੀ ਦੀ ਤੇ ਬੱਚਿਆਂ ਦੀ ਕੋਈ ਚੀਜ਼ ਨਹੀਂ ਸੀ। ਉਹ ਸਭ ਕੁਝ ਨਾਲ ਲੈ ਗਈ ਸੀ। ਮੈਂ ਆਪਣੇ ਨਿੱਕੇ ਪੜ੍ਹਨ ਵਾਲੇ ਕਮਰੇ ਵਿੱਚ ਗਿਆ ਤਾਂ ਦੇਖਿਆ ਮੇਰੀਆਂ ਕਿਤਾਬਾਂ ਫਰਸ਼ ਉੱਤੇ ਖਿੰਡੀਆਂ ਪਈਆਂ ਸਨ। ਉਹ ਆਪਣੀਆਂ ਸਾਰੀਆਂ ਤਸਵੀਰਾਂ, ਚਿੱਠੀਆਂ ਤੇ ਬੰਡਲ ਦੇ ਪੈਕਟ ਜੋ ਉਸਨੇ ਬੜੀ ਇਹਤਿਆਤ ਨਾਲ ਰਬੜ ਦੇ ਛੱਲਿਆਂ ਨਾਲ ਬੰਨ੍ਹ ਕੇ ਰੱਖੇ ਸਨ, ਆਪਣੇ ਨਾਲ ਲੈ ਗਈ ਸੀ। ਮੇਰੇ ਕੱਪੜੇ ਵੀ ਕਿਤੇ ਨਜ਼ਰ ਨਹੀਂ ਸਨ ਆ ਰਹੇ। ਮੈਂ ਦੁਬਾਰਾ ਬੈੱਡਰੂਮ ਵਿੱਚ ਗਿਆ। ਵੱਡੀ ਅਲਮਾਰੀ ਦੇ ਵਾਰਡਰੋਬ ਉੱਤੇ 2 ਨਿੱਕੇ ਤਾਲੇ ਸਨ। ਇੱਕ ਮੱਧਮ ਉਮੀਦ ਨਾਲ ਕਿ ਸ਼ਾਇਦ ਉਸਨੇ ਸਭ ਚੀਜ਼ਾਂ ਨੂੰ ਸਾਂਭ ਕੇ ਅਲਮਾਰੀ ਵਿੱਚ ਰੱਖ ਦਿੱਤਾ ਹੋਵੇ, ਮੈਂ ਕਿਚਨ ਵਿੱਚ ਜਾ ਕੇ ਹਥੌੜਾ ਲਿਆ ਕੇ ਨਿੱਕੇ ਤਾਲਿਆਂ ਨੂੰ ਭੰਨਿਆ। ਅੰਦਰੋਂ ਅਲਮਾਰੀ ਖਾਲੀ ਸੀ। ਸਿਰਫ ਹੈਂਗਰ ਉੱਤੇ ਮੇਰੀਆਂ 3 ਪਤਲੂਨਾਂ, 3 ਕੋਟ, ਮਖਮਲੀ ਵਾਸਕਟ, 7 ਕੀਮਤੀ ਨਕਟਾਈਆਂ, ਕੁਝ ਕੀਮਤੀ ਕਮੀਜ਼ਾਂ ਤੇ ਇੱਕ ਉਧੜਿਆ ਹੋਇਆ ਸਵੈਟਰ ਲਟਕ ਰਹੇ ਸਨ, ਖੋਪੜੀਆਂ ਵਾਂਗ। ਮੈਂ ਤਰਬਕ ਕੇ ਪਿੱਛੇ ਹਟਿਆ। ਦੁੱਲਾ ਰਾਮ ਨੇ ਮੈਨੂੰ ਦੱਸਿਆ ਕਿ ਮੇਮ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਵੇਚ ਦਿੱਤੀਆਂ ਸਨ। ਬਿਜਲੀ ਦੀ ਕੁਕਿੰਗ ਰੇਂਜ 200 ਰੁਪਏ ਵਿੱਚ, ਗਲੀਚੇ ਤੇ ਦਰੀਆਂ ਵੀ ਭੌਂ ਦੇ ਭਾਅ। ਮੰਨੂ ਦਾ ਲਾਲ ਸਾਈਕਲ ਜਮਾਂਦਾਰਨੀ ਕੋਲ 80 ਰੁਪਏ ਵਿੱਚ ਗਿਰਵੀ ਰੱਖ ਗਈ ਸੀ। ਜੀਨੀ ਨੇ ਆਪਣੇ ਅਮਰੀਕਨ ਛੁਰੀਆਂ, ਕਾਂਟੇ, ਪਿਆਲੇ, ਪਲੇਟਾਂ, ਮਿਕਸਰ ਤੇ ਸਾਰੇ ਤਰ੍ਹਾਂ ਦੇ ਪੀਹਣ ਤੇ ਪਕਾਉਣ ਵਾਲੇ ਬਿਜਲੀ ਦੇ ਯੰਤਰ ਡੱਬਿਆਂ ਵਿੱਚ ਸਾਂਭ ਕੇ ਰੱਖੇ ਸਨ ਤੇ ਇਹ ਉਹ ਉਹਨਾਂ ਨੂੰ ਨਾਲ ਲੈ ਗਈ ਸੀ। ਇੱਕ ਕਾਰ ਆਈ 3 ਵਾਰੀ। ਬੰਟਿਆਂ ਵਰਗੀਆਂ ਅੱਖਾਂ ਵਾਲਾ ਉਹੀ ਆਦਮੀ ਨਾਲ ਆਇਆ ਤੇ ਉਸਨੇ ਚੀਜ਼ਾਂ ਨੂੰ ਚੁਕਵਾਉਣ ਵਿੱਚ ਮਦਦ ਕੀਤੀ ਤੇ ਉਹ ਇਹ ਆਖ ਗਈ ਸੀ ਕਿ ਉਹ ਦੋਸਤਾਂ ਨੂੰ ਮਿਲਣ ਸ਼ਿਮਲੇ ਗਈ ਹੈ। ਮੈਂ ਆਪਣੇ ਬੱਚਿਆਂ ਦੇ ਚਿਹਰੇ ਤੇਜ਼ ਝੋਲੇ ਵਿੱਚ ਦੇਖੇ ਤੇ ਕੰਬ ਗਿਆ। ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਹਮੇਸ਼ਾ ਅਜੀਬ ਘਟਨਾਵਾਂ ਤੇ ਪੁੱਠੇ ਪਾਣੇ ਵਾਪਰਦੇ ਰਹੇ ਸੀ ਮੇਰੇ ਨਾਲ। ਪਲ ਦੀ ਪਲ ਮੇਰਾ ਜ਼ਬਤ ਜਾਂਦਾ ਰਿਹਾ। ਮੇਰੀਆਂ ਅੱਖਾਂ ਵਿੱਚ ਹੰਝੂ ਡਲਕ ਪਏ ਤੇ ਮੇਰੇ ਕਲੇਜੇ ਵਿੱਚ ਇੱਕ ਡੂੰਘੀ ਹੂਕ ਉੱਠੀ। ਮੇਰਾ ਸਿਰ ਪਾਟਣ ਲੱਗਾ। ਮੇਰਾ ਮਨ ਪਾਗਲ ਭੂਲ ਭੁਲਈਆ ਵਿੱਚ ਗਵਾਚ ਗਿਆ ਤੇ ਮੇਰੇ ਹੋਸ਼ ਉੱਡ ਗਏ। ਕੁਝ ਦੇਰ ਇਸੇ ਤਰ੍ਹਾਂ ਸੁਣ ਬੈਠਾ ਰਿਹਾ। ਹੌਲੀ ਹੌਲੀ ਇਸ ਗੱਲ ਦਾ ਗਿਆਨ ਹੋ ਗਿਆ ਕਿ ਉਹ ਹਮੇਸ਼ਾ ਲਈ ਚਲੀ ਗਈ ਹੈ। ਉਹ ਕਿੱਥੇ ਚਲੀ ਗਈ? ਜ਼ਰੂਰ ਅਮਰੀਕਾ ਚਲੀ ਗਈ ਹੋਣੀ ਹੈ ਤੇ ਬੱਚਿਆਂ ਨੂੰ ਨਾਲ ਲੈ ਕੇ, ਸਾਰੇ ਸਮਾਨ ਨਾਲ। ਮੇਰੇ ਧੁੰਦਲੇ ਮਨ ਵਿੱਚੋਂ ਹੌਲੀ ਹੌਲੀ ਪਿਛਲੇ 3 ਮਹੀਨਿਆਂ ਦੀਆਂ ਘਟਨਾਵਾਂ ਉਜਾਗਰ ਹੋਣ ਲੱਗੀਆਂ। ਉਹ ਕਿਸ ਤਰ੍ਹਾਂ ਹੌਲੀ ਹੌਲੀ ਘਰੋਂ ਚੀਜ਼ਾਂ ਢੋ ਰਹੀ ਸੀ। ਬੰਡਲ ਕੱਪੜੇ, ਬੰਸਰੀ ਬਰਤਨ। ਹਰ ਵਾਰ ਜਾਂਦੇ ਜਦੋਂ ਮੈਂ ਘਰ ਮੁੜਦਾ ਤਾਂ ਮੈਨੂੰ ਘਰ ਰਤਾ ਕੋ ਵਧੇਰੇ ਵਿਧਾਨ ਲੱਗਦਾ। ਮੈਂ ਉਸ ਨੂੰ ਪੁੱਛਣ ਦੀ ਜੁਰਅਤ ਨਹੀਂ ਸੀ ਕਰਦਾ ਕਿ ਉਹ ਕਮਰਾ ਬੰਦ ਕਰਕੇ ਮੇਰੇ ਪਿੱਛੇ ਕੀ ਕਰਦੀ ਸੀ। ਉਸ ਨੇ ਇੱਕ ਅਜੀਬ ਤਰ੍ਹਾਂ ਦੀ ਚੁੱਪ ਸਾਧ ਲਈ ਸੀ। ਉਸ ਦੀਆਂ ਅੱਖਾਂ ਜੋ ਕਿਸੇ ਵੇਲੇ ਖੂਬਸੂਰਤ ਨੀਲੀਆਂ ਸਨ ਤੇ ਜਿਨ੍ਹਾਂ ਉੱਤੇ ਸੁਨਹਿਰੀ ਝਿਮਣੀਆਂ ਸਨ, ਹੁਣ ਇੱਕ ਅਣਜਾਣੇ ਖੌਫ ਨਾਲ ਸਹਿਮੀਆਂ ਹੋਈਆਂ ਸਨ। ਮੈਂ ਉਸ ਨੂੰ ਕਦੇ ਨਹੀਂ ਸੀ ਪੁੱਛਿਆ ਕਿ ਮੈਂ ਕਿਸੇ ਸ਼ੱਕ ਨਾਲ ਉਸ ਤੇ ਇਤਬਾਰ ਨੂੰ ਠੇਸ ਨਹੀਂ ਸਾਂ ਲੱਗਣ ਦੇਣਾ ਚਾਹੁੰਦਾ। ਮੈਂ ਦੁੱਲਾ ਰਾਮ ਨੂੰ ਆਖਿਆ ਕਿ ਉਹ ਚਾਹ ਬਣਾਵੇ ਕਿਉਂਕਿ ਮੇਰੇ ਅੰਦਰ ਖੜੇ ਹੋਣ ਦੀ ਤਾਕਤ ਨਹੀਂ ਸੀ। ਚਾਹ ਪੀ ਕੇ ਮੇਰੇ ਅੰਦਰ ਥੋੜ੍ਹੀ ਜਿਹੀ ਹਿੰਮਤ ਆਈ ਤੇ ਮੈਂ ਕਮਰਿਆਂ ਵਿੱਚ ਘੁੰਮਣ ਲੱਗਾ, ਚੀਜ਼ਾਂ ਨੂੰ ਤੱਕਦਾ, ਖਾਲੀ ਅਲਮਾਰੀਆਂ ਤੇ ਸ਼ੈਲਫਾਂ ਨੂੰ ਦੇਖਦਾ। ਮੈਨੂੰ ਆਇਆ ਦੇ ਕਮਰੇ ਵਿੱਚੋਂ ਜੰਨਤ ਦੇ ਲਾਲ ਬੂਟ ਮਿਲੇ ਤੇ ਇੱਕ ਜੁਰਾਬ। ਮੰਨੂ ਦਾ ਨਿੱਕਾ ਸਾਈਕਲ ਗਰਾਜ ਵਿੱਚ ਪਿਆ ਸੀ ਕਿਉਂਕਿ ਜਮਾਂਦਾਰਨੀ ਹਾਲੇ ਉਸ ਨੂੰ ਲੈ ਕੇ ਨਹੀਂ ਸੀ ਗਈ। ਮੈਂ ਲਾਨ ਵਿੱਚ ਟਹਿਲਦਾ ਫਿਰਦਾ ਰਿਹਾ ਤੇ ਫੇਰ ਸਫੇਦੇ ਦੇ ਉਸ ਦਰਖਤ ਕੋਲ ਗਿਆ ਜਿੱਥੇ ਜੰਨਤ ਤੇ ਮੰਨੂ ਨੇ ਤੋਤਾ ਦੱਬਿਆ ਸੀ। ਸੋ ਜੀਨੀ ਚਲੀ ਗਈ ਸੀ। ਕਿੱਥੇ? ਮੈਂ ਹਾਲ ਕਮਰੇ ਵਿੱਚ ਜਾ ਕੇ ਤਖਤਪੋਸ਼ ਉੱਤੇ ਬੈਠ ਗਿਆ ਤੇ ਸੋਚਣ ਲੱਗਾ, ਉਹ ਜ਼ਰੂਰ ਦਿੱਲੀ ਗਈ ਹੋਵੇਗੀ, ਆਪਣੇ ਟਰੰਕ ਤੇ ਸੂਟਕੇਸ ਤੇ ਨਿੱਕੇ ਨਿੱਕੇ ਸਾਂਭੇ ਹੋਏ ਬੰਡਲ ਲੈ ਕੇ, ਤਾਂ ਜੋ ਉੱਥੋਂ ਅਮਰੀਕਾ ਚਲੀ ਜਾਵੇ। ਕੁਦਰਤ ਦਾ ਮਖੌਲ, ਬਿਲਕੁਲ ਹਾਲਾਤਾਂ ਦੇ ਗੇੜ ਅਨੁਸਾਰ। ਯਾਨੀ ਜਦੋਂ ਮੈਂ ਰੁਪਇਆ ਲੈ ਕੇ ਮੁੜਿਆ ਤੇ ਬੱਚਿਆਂ ਲਈ ਖਿਡੌਣੇ ਤੇ ਉਸ ਲਈ ਤੋਹਫੇ,
ਉਹ ਮੇਰੇ ਪਿੱਛੋਂ ਡਰੀ ਸਹਿਮੀ ਬੱਚਿਆਂ ਨੂੰ ਲੈ ਕੇ ਦੌੜ ਗਈ ਸੀ, ਆਪਣੀ ਛਾਂ ਤੋਂ ਖੌਫਜ਼ਦਾ। ਇਹ ਛਾਂ ਸ਼ਾਇਦ ਮੈਂ ਖੁਦ ਸਾਂ। ਉਸਨੇ ਬਿਲਕੁਲ ਇੱਕ ਠੇਠ ਅਮਰੀਕਨ ਵਾਂਗ ਬੇਹਰਾਰ ਕੀਤਾ। ਅਮਰੀਕਨ ਜਦੋਂ ਕਿਸੇ ਮੁਲਕ ਨੂੰ ਛੱਡਦੇ ਹਨ ਤਾਂ ਉਹ ਜਾਂਦੇ ਨਹੀਂ, ਸਗੋਂ ਦੌੜਦੇ ਹਨ। ਪਿੱਛੇ ਮੁੜ ਕੇ ਨਹੀਂ ਵੇਖਦੇ, ਚਾਹੇ ਮੁਲਕ ਹੋਵੇ ਜਾਂ ਘਰ। ਤੇ ਇਹ ਔਰਤ ਬੱਚਿਆਂ ਨੂੰ ਵੀ ਚੁੱਕ ਕੇ ਲੈ ਗਈ। ਉਹ ਹਿੰਦੁਸਤਾਨ ਦੀ ਹੱਦ ਤੋਂ ਬਾਹਰ ਹੋ ਗਈ, ਮੇਰੀਆਂ ਪਹੁੰਚ ਤੋਂ ਦੂਰ, ਬਹੁਤ ਦੂਰ। ਖਿੜਕੀ ਦਾ ਫਿੱਕਾ ਨੀਲਾ ਪਰਦਾ ਫੜਫੜਾ ਰਿਹਾ ਸੀ, ਲਹਿਰਾਉਂਦਾ ਤੇ ਗੋਤੇ ਮਾਰਦਾ। ਮੈਂ ਪਰਦੇ ਨੂੰ ਫੜ ਕੇ ਆਪਣੀ ਗੱਲ ਉੱਤੇ ਰਗੜਨ ਲੱਗਾ। ਬੇਵਕੂਫਾਂ ਵਾਲੀ ਹਰਕਤ। ਪਰ ਮੈਂ ਕੁਝ ਕਰਨਾ ਚਾਹੁੰਦਾ ਸਾਂ, ਕਿਸੇ ਸਹਾਰੇ ਨੂੰ ਫੜਨਾ ਚਾਹੁੰਦਾ ਸਾਂ। ਕੋਈ ਸਹਾਰਾ, ਕੋਈ ਹਰਕਤ। ਮੈਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ, ਉਹਨਾਂ ਨੂੰ ਲੱਭਣਾ ਚਾਹੀਦਾ ਹੈ, ਵਰਨਾ ਘਰ ਵਿੱਚ ਘੁੰਮਦੇ ਹੋਏ ਮੈਂ ਉਹੀ ਕਮਰੇ ਤੇ ਉਹੀ ਸ਼ੈਲਫ ਤੇ ਉਹੀ ਅਲਮਾਰੀਆਂ ਦੇਖਦਾ ਹੋਇਆ ਪਾਗਲ ਹੋ ਜਾਵਾਂਗਾ। ਮੈਂ ਕੀ ਕਰਾਂ? ਜ਼ਰੂਰ ਕਿਸੇ ਨਾਲ ਸਲਾਹ ਕਰਨੀ ਚਾਹੀਦੀ ਹੈ। ਕਿਸ ਨਾਲ? ਯਕਦਮ ਮੈਨੂੰ ਪੁਲਿਸ ਦੇ ਇੰਸਪੈਕਟਰ ਜਨਰਲ ਦਾ ਖਿਆਲ ਆਇਆ, ਜਿਸ ਦਾ ਪੁੱਤਰ ਮੇਰਾ ਸ਼ਾਗਿਰਦ ਸੀ। ਮੈਂ ਫੌਰਨ ਉਸ ਨੂੰ ਮਿਲਣ ਗਿਆ। ਉਸਨੇ ਮੇਰੀ ਸਾਰੀ ਗੱਲ ਸੁਣੀ, ਸੋਚ ਕੇ ਆਖਿਆ, ਤੁਹਾਨੂੰ ਛੇਤੀ ਹੀ ਕੋਈ ਕਦਮ ਚੁੱਕਣਾ ਚਾਹੀਦਾ ਹੈ। ਫੌਰਨ ਪੁਲਿਸ ਨੂੰ ਰਿਪੋਰਟ ਕਰੋ। ਚੀਫ ਕਮਿਸ਼ਨਰ ਨੂੰ ਮਿਲੋ ਤੇ ਦਿੱਲੀ ਦੇ ਹਵਾਈ ਅੱਡੇ ਨੂੰ ਟੈਲੀਫੋਨ ਕਰਵਾ ਦਿਓ। ਉਹ ਬੱਚਿਆਂ ਨੂੰ ਇਸ ਤਰ੍ਹਾਂ ਚੋਰੀ ਨਹੀਂ ਲਿਜਾ ਸਕਦੀ। ਆਪ ਜਾਂਦੀ ਹੈ ਤਾਂ ਜਾਵੇ, ਉਹ ਤੁਹਾਡੇ ਕਾਬਿਲ ਨਹੀਂ। ਘਬਰਾਓ ਨਾ, ਪੱਕੇ ਪੈਰੀ ਕੰਮ ਕਰੋ। ਤੁਹਾਡੇ ਬੱਚਿਆਂ ਖਾਤਰ ਉਸ ਨੂੰ ਹਵਾਈ ਅੱਡੇ 'ਤੇ ਹੀ ਰੋਕ ਲੈਣਗੇ ਤੇ ਬੱਚੇ ਤੁਹਾਨੂੰ ਮਿਲ ਜਾਣਗੇ। ਛੇਤੀ ਕਰੋ। ਮੈਂ ਸਿੱਧਾ ਪੁਲਿਸ ਸਟੇਸ਼ਨ ਗਿਆ ਤੇ ਰਿਪੋਰਟ ਕਰ ਦਿੱਤੀ। ਦਿੱਲੀ ਤਾਰਾਂ ਭੇਜੀਆਂ ਗਈਆਂ ਤੇ ਹਵਾਈ ਅੱਡੇ ਨੂੰ ਚੌਕਸ ਕਰ ਦਿੱਤਾ। ਜਦੋਂ ਜਿੰਨੀ ਆਪਣੇ ਬੰਡਲ ਤੇ ਬੈਗ ਚੁੱਕੀ ਬੱਚਿਆਂ ਨਾਲ ਕਸਟਮਰ ਦੇ ਜੰਗਲੇ ਵਿੱਚੋਂ ਦੀ ਲੰਘਣ ਲੱਗੀ ਤਾਂ ਉਸ ਨੂੰ ਰੋਕ ਲਿਆ ਗਿਆ। ਬੱਚਿਆਂ ਨੂੰ ਰੱਖ ਲਿਆ ਗਿਆ ਤੇ ਉਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਜਦੋਂ ਉਹ ਗਮ ਨਾਲ ਟੁੱਟੀ ਹੰਝੂ ਘੇਰਦੀ ਜਹਾਜ਼ ਤੇ ਚੜ੍ਹਨ ਲਈ ਅੱਗੇ ਵਧੀ ਤਾਂ ਬੱਚੇ ਚੀਕਦੇ ਹੋਏ ਉਸ ਦੇ ਪਿੱਛੇ ਦੌੜੇ। ਮੰਮੀ, ਸਾਨੂੰ ਛੱਡ ਕੇ ਨਾ ਜਾ ਮੰਮੀ। ਕਾਨੂੰਨ ਦੇ ਫਲੌਦੀ ਹੱਥਾਂ ਨੇ ਬੱਚਿਆਂ ਨੂੰ ਪਿੱਛੇ ਰੱਖ ਲਿਆ ਤੇ ਮੈਂ ਉਹਨਾਂ ਨੂੰ ਸਾਂਭ ਲਿਆ। ਰਾਤ ਵੇਲੇ ਜਦੋਂ ਉਹ ਮੇਰੇ ਨਾਲ ਸੁੱਤੇ ਤਾਂ ਜੰਨਤ ਅੱਧੀ ਰਾਤ ਵੇਲੇ ਉੱਠ ਬੈਠੀ ਤੇ ਹਟਕੋਰੇ ਲੈਂਦੀ ਹੋਈ ਬੋਲੀ, ਮੰਮੀ ਮੰਮੀ। ਮੈਂ ਉਸ ਨੂੰ ਕੀ ਆਖਦਾ, ਉਸ ਨੂੰ ਕਿਵੇਂ ਚੁੱਪ ਕਰਾਉਂਦਾ? ਉਸ ਦੇ ਦਿਲ ਸਲਵੇਂ ਹੌਕਿਆਂ ਦਾ ਕੀ ਜਵਾਬ ਸੀ ਮੇਰੇ ਕੋਲ? ਇਹ ਨਿਰਾ ਜ਼ੁਲਮ ਸੀ ਬੱਚਿਆਂ ਉੱਤੇ। ਉਹ ਮੈਨੂੰ ਕਦੀ ਮਾफ़ ਨਹੀਂ ਕਰਨਗੇ। ਉਹ ਇਹੋ ਸਮਝਣਗੇ ਕਿ ਮੈਂ ਇੱਕ ਦਰਿੰਦਾ ਸਾਂ, ਇੱਕ ਵਹਿਸ਼ੀ ਹਿੰਦੁਸਤਾਨੀ ਜਿਸ ਨੇ ਆਪਣੀ ਮਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਤੇ ਜਦੋਂ ਉਹ 16 ਸਾਲ ਦੇ ਹੋਣਗੇ ਤਾਂ ਆਪਣੀ ਮਾਂ ਨੂੰ ਢੂੰਡਣ ਅਮਰੀਕਾ ਜਾਣਗੇ ਤੇ ਉਸ ਨੂੰ ਲੱਭ ਲੈਣਗੇ। ਕੋਈ ਤਾਕਤ ਉਹਨਾਂ ਨੂੰ ਨਹੀਂ ਰੋਕ ਸਕਦੀ ਤੇ ਉਹ ਮੈਨੂੰ ਨਫ਼ਰਤ ਕਰਨਗੇ ਤੇ ਮੈਂ ਆਪਣੇ ਸਵੈਮਾਣ ਦੀ ਪਰਵਾਹ ਕੀਤੀ, ਉਹਨਾਂ ਦੀ ਖੁਸ਼ੀ ਦੀ ਨਹੀਂ। ਤੇ ਉਹ ਮੈਨੂੰ ਨਫ਼ਰਤ ਕਰਨਗੇ ਕਿ ਮੈਂ ਆਪਣੇ ਸਵੈਮਾਣ ਦੀ ਪਰਵਾਹ ਕੀਤੀ, ਉਹਨਾਂ ਦੀ ਖੁਸ਼ੀ ਦੀ ਨਹੀਂ। ਯਕਦਮ ਮੈਂ ਜਾਗ ਪਿਆ। ਦਰਅਸਲ ਮੈਂ ਆਪਣੇ ਕਮਰੇ ਵਿੱਚ ਬੈਠਾ ਚਾਹ ਪੀ ਰਿਹਾ ਸਾਂ ਤੇ ਇਹ ਨਹੀਂ ਸੋਚਿਆ ਕਿ ਇਹ ਸਭ ਕੁਝ ਮੇਰੀ ਖਿਆਲੀ ਦੁਨੀਆ ਵਿੱਚ ਹੀ ਵਾਪਰਿਆ ਸੀ। ਉੱਥੇ ਬੈਠਿਆਂ ਮੇਰੇ ਨਾਲ ਭਵਿੱਖ ਦੀਆਂ ਘਟਨਾਵਾਂ ਬੀਤ ਰਹੀਆਂ ਸਨ। ਮੈਂ ਆਉਣ ਵਾਲੇ ਦਿਨਾਂ ਦਾ ਯਥਾਰਥ ਭੋਗ ਚੁੱਕਾ ਸਾਂ ਤਾਂ ਦੇਖ ਚੁੱਕਾ ਸਾਂ ਕਿ ਕੀ ਹੋਵੇਗਾ। ਮੈਂ ਪਹਿਲਾਂ ਹੀ ਆਪਣੀ ਜਿੱਤ ਤਸੀਹੇ ਚੀਸਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਰੋਕ ਕੇ ਆਪਣਾ ਜ਼ੁਲਮ ਚੱਖ ਚੁੱਕਿਆ ਸਾਂ। ਮੈਨੂੰ ਚਾਹੀਦਾ ਸੀ ਕਿ ਮੈਂ ਘਟਨਾਵਾਂ ਨੂੰ ਜੀਨੀ ਦੇ ਦ੍ਰਿਸ਼ਟੀਕੋਣ ਤੋਂ ਦੇਖਾਂ। ਮੈਂ ਉਸ ਦੇ ਪਿੱਛੇ ਪੁਲਿਸ ਨਹੀਂ ਸਾਂ ਲਾ ਸਕਦਾ। ਇਹ ਬਿਲਕੁਲ ਗਲਤ ਹੁੰਦਾ। ਇਸ ਖਿਆਲ ਨਾਲ ਹੀ ਮੈਂ ਕੰਬ ਉੱਠਿਆ। ਉਹ ਚਲੀ ਗਈ, ਬੱਚਿਆਂ ਸਮੇਤ। ਬੱਚੇ ਪਹਿਲਾਂ ਹੀ ਅਮਰੀਕਾ ਦੇ ਸੁਪਨੇ ਦੇਖ ਰਹੇ ਸਨ। ਸਿਆਟਲ, ਨਾਨਾ ਨਾਨੀ, ਆਈਸਕ੍ਰੀਮ, ਝੀਲਾਂ, ਇੱਕ ਨਿੱਕਾ ਜਿਹਾ ਸਵਰਗ। ਮੈਨੂੰ ਚਾਹੀਦਾ ਹੈ ਕਿ ਮੈਂ ਉਹਨਾਂ ਦੀ ਖੁਸ਼ੀ ਲਈ ਦੁਆ ਕਰਾਂ। ਮੈਂ ਇੱਕ ਪੁਰਾਣੇ ਦੋਸਤ ਕੋਲ ਗਿਆ ਤੇ ਉਸ ਨਾਲ ਖਾਣਾ ਖਾਧਾ। ਵਾਪਿਸ ਮੁੜਿਆ ਤੇ ਮੈਂ ਦੁੱਲਾ ਰਾਮ ਨੂੰ ਆਖਿਆ ਕਿ ਉਹ ਕੋਠੀ ਦੇ ਬਰਾਮਦੇ ਵਿੱਚ ਹੀ ਸੋਵੇ, ਕਿਉਂਕਿ ਮੈਂ ਰਾਤ ਨੂੰ ਇਕੱਲਾ ਨਹੀਂ ਸਾਂ ਰਹਿਣਾ ਚਾਹੁੰਦਾ। ਰਾਤ ਨੂੰ ਮੈਨੂੰ ਮਿਲੇ ਜੁਲੇ ਸੁਪਨੇ ਆਏ। ਜੰਨਤ ਨੀਂਦ ਵਿੱਚ ਭਾਰੀ ਮੇਰੀਆਂ ਬਾਹਾਂ ਵਿੱਚ ਹੈ, ਮੈਨੂੰ ਮੂਰਤਾ ਬਣਾ ਰਿਹਾ ਹੈ। ਮਿਕਸਰ ਅੰਬਾਂ ਨੂੰ ਰਿੜਕ ਰਿਹਾ ਹੈ। ਇੱਕ ਵੱਡਾ ਰੇਗਿਸਤਾਨ ਜੋ ਇੱਕ ਖਾਲੀ ਸਟੂਡੀਓ ਵਿੱਚ ਗਵਾਚ ਗਿਆ। ਰਾਜੀ ਡਾਕਟਰ ਦੀ ਮੇਜ਼ ਉੱਤੇ ਡੈਟੋਲ ਦੀ ਗੰਧ, ਚਿਕਨੇ ਚਿਹਰੇ, ਬੰਟਿਆਂ ਵਰਗੀਆਂ ਅੱਖਾਂ ਵਾਲਾ ਇੱਕ ਪਾਦਰੀ ਵਾਇਲਨ ਵਜਾ ਰਿਹਾ ਹੈ ਤੇ ਉਸ ਦੇ ਗਲ ਵਿੱਚ ਚਾਂਦੀ ਦਾ ਕਰਾਸ ਲਟਕ ਰਿਹਾ ਹੈ। ਬੱਚੇ ਘਣੇ ਜੰਗਲ ਵਿੱਚ ਇੱਕ ਗਿਰਜੇ ਵਿੱਚ ਜਾ ਰਹੇ ਹਨ। ਉਹਨਾਂ ਦੇ ਸਿਰਾਂ ਉੱਤੇ ਉਸਤਰਾ ਫੇਰਿਆ ਹੋਇਆ ਸੀ। ਨਿੱਕੀਆਂ ਟੋਪੀਆਂ ਤੇ ਮਾਲਾ ਦੇ ਕਰਾਸ ਪਾਈ। ਉਹਨਾਂ ਦੇ ਨਾਂ ਬਦਲ ਗਏ। ਮਿਸਟਰ ਐਲਸਟੇਅਰ ਅਤੇ ਮੈਕਲਾਰਨ। ਹਿੰਦੁਸਤਾਨ ਦਾ ਹਰ ਨਿਸ਼ਾਨ ਮਿਟ ਗਿਆ ਸੀ। ਹੁਣ ਬੇਗਾਨੇ ਬਣ ਗਏ ਸਨ, ਦੂਰ ਕਿਸੇ ਵਿਦੇਸ਼ੀ ਮੰਡੀ ਵਿੱਚ ਵਿਕਾਊ ਮਾਲ। ਵਿਚਾਰੇ ਪਿਓ ਵਾਰੇ ਬੱਚੇ ਭਟਕ ਰਹੇ ਸਨ। ਮੈਂ ਘਬਰਾ ਕੇ ਉੱਠਿਆ ਤਾਂ ਮੇਰੇ ਸਿਰ ਵਿੱਚ ਸਖਤ ਦਰਦ ਸੀ। ਕਿਸੇ ਪਾਪ ਦਾ ਅਹਿਸਾਸ। ਮੈਨੂੰ ਜ਼ਰੂਰ ਦਿੱਲੀ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਲੱਭਣਾ ਚਾਹੀਦਾ ਹੈ। ਉਹ ਜ਼ਰੂਰ ਹਾਰੇ ਦਿੱਲੀ ਹੀ ਹੋਣਗੇ। ਮੈਨੂੰ ਚਾਹੀਦਾ ਹੈ ਕਿ ਉਹਨਾਂ ਦੇ ਤੋਹਫੇ ਇੰਜਣ, ਮੋਟਰ ਬੋਟ, ਅਖਰੋਟਾਂ ਦੀਆਂ ਗਿਰੀਆਂ ਅਤੇ ਨਵੇਂ ਨਕੋਰ ਨੋਟਾਂ ਦੀ ਥਹੀ ਜੀਨੀ ਨੂੰ ਦੇਵਾਂ।
ਆਪਣਾ ਵਚਨ ਨਿਭਾਵਾਂ। ਮੈਂ ਝਟਪਟ ਬੰਡਲ ਤੇ ਆਪਣਾ ਸੂਟਕੇਸ ਸਾਂਭਿਆ, ਸਕੂਟਰ ਰਿਕਸ਼ਾ ਲਿਆ ਤੇ ਬੱਸ ਸਟੈਂਡ ਨੂੰ ਚੱਲਣ ਨੂੰ ਆਖਿਆ। ਤੇਜ਼ ਹੋਰ ਤੇਜ਼। ਮੈਂ ਦਿੱਲੀ ਲਈ ਪਹਿਲੀ ਬੱਸ ਦਾ ਟਿਕਟ ਲਿਆ ਅਤੇ ਬੱਸ ਵਿੱਚ ਬੈਠ ਗਿਆ, ਜੋ ਤੇਜ਼ ਝਕੋਲੇ ਖਾਂਦੀ ਹੋਈ ਦੌੜ ਰਹੀ ਸੀ। ਬੱਸ ਦਾ 5 ਘੰਟੇ ਦਾ ਸਫ਼ਰ ਮਸਾਂ ਮੁੱਕਿਆ। ਦਿੱਲੀ ਪਹੁੰਚ ਕੇ ਮੈਂ ਕੁਝ ਦੋਸਤਾਂ ਨੂੰ ਟੈਲੀਫੋਨ ਕੀਤੇ। ਮੇਰੇ ਸੋਸ਼ਲ ਤਾਲੁਕਾਤ 'ਤੇ ਪਹੁੰਚ ਇੰਨੀ ਸੀ ਕਿ ਅਮਰੀਕਨ ਐਮਬੈਸੀ ਤੋਂ ਇਹ ਪਤਾ ਲਾਉਣਾ ਮੁਸ਼ਕਲ ਨਹੀਂ ਸੀ ਕਿ ਜੀਨੀ ਅਮਰੀਕਾ ਚਲੀ ਗਈ ਹੈ ਜਾਂ ਨਹੀਂ। ਉਸਨੇ ਅਮਰੀਕਨ ਐਮਬੈਸੀ ਵਿੱਚ ਜਾ ਕੇ ਬੱਚਿਆਂ ਦੇ ਪਾਸਪੋਰਟਾਂ ਉੱਤੇ ਠੱਪਾ ਲਵਾਉਣਾ ਸੀ। ਮੈਂ ਅਮਰੀਕਨ ਐਮਬੈਸੀ ਦੇ ਕਲਚਰਲ ਸੈਕਸ਼ਨ ਵਿੱਚ ਗਿਆ ਤੇ ਉੱਥੇ ਇੱਕ ਪੰਜਾਬੀ ਅਫਸਰ ਨੂੰ ਮਿਲਿਆ ਜੋ ਮੈਨੂੰ ਜਾਣਦਾ ਸੀ। ਉਸਨੇ ਮੈਨੂੰ ਕਈ ਵਾਰ ਯੂਜੀਨ ਓਨੀਲ ਦਾ ਡਰਾਮਾ ਕਰਨ ਲਈ ਆਖਿਆ ਸੀ। ਮੇਰੀ ਕਥਾ ਸੁਣ ਕੇ ਉਸਨੇ ਮੈਨੂੰ ਇੱਕ ਹੋਰ ਅਫਸਰ ਨੂੰ ਮਿਲਣ ਲਈ ਆਖਿਆ, ਕਿਉਂਕਿ ਉਹ ਖੁਦ ਸਿੱਧਾ ਵੀਜ਼ਾ ਕਾਉਂਸਲਰ ਨੂੰ ਟੈਲੀਫੋਨ ਨਹੀਂ ਸੀ ਕਰ ਸਕਦਾ। ਸਿਰਫ ਕੋਈ ਅਮਰੀਕਨ ਹੀ ਮੇਰੀ ਮਦਦ ਕਰ ਸਕਦਾ ਸੀ। ਇੱਕ ਅਮਰੀਕਨ ਔਰਤ ਨੂੰ ਮੈਂ ਮਿਲਿਆ ਜਿਸ ਨੇ ਮੈਨੂੰ ਆਖਿਆ ਕਿ ਮੈਂ ਸਿੱਧਾ ਖੁਦ ਟੈਲੀਫੋਨ ਕਰਾਂ, ਤੇ ਮੈਂ ਟੈਲੀਫੋਨ ਕੀਤਾ ਤਾਂ ਅਮਰੀਕਨ ਕਾਉਂਸਲਰ ਤੇ ਹਿੰਦੁਸਤਾਨੀ ਸੈਕਟਰੀ ਨੇ ਪੁੱਛਿਆ ਕੀ ਕੰਮ ਹੈ। ਜਦੋਂ ਮੈਂ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਆਖਿਆ ਕਿ ਮੈਂ ਉੱਥੇ ਦਫ਼ਤਰ ਵਿੱਚ ਜਾ ਕੇ ਗੱਲ ਸਪਸ਼ਟ ਕਰਾਂ। ਮੇਰਾ ਦੁੱਖ ਮੇਰੇ ਗਲਤੀ ਕਾ ਗਿਆ। ਮੈਂ ਜਿਸ ਨੂੰ ਅਮਰੀਕਨ ਯੂਨੀਵਰਸਿਟੀ ਵਿੱਚ ਪੜ੍ਹਾਇਆ ਤਾਂ ਜਿਸ ਨੂੰ ਇੱਕ ਅਮਰੀਕਨ ਫਾਊਂਡੇਸ਼ਨ ਨੇ ਕਲਚਰਲ ਪ੍ਰਤਿਭਾ ਲਈ ਵਿਸ਼ੇਸ਼ ਪੁਰਸਕਾਰ ਦਿੱਤਾ, ਹੁਣ ਉਸੇ ਅਮਰੀਕਨ ਐਮਬੈਸੀ ਦੇ ਦਰਵਾਜ਼ੇ 'ਤੇ ਟੱਕਰਾਂ ਮਾਰਦਾ ਆਪਣੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਮੈਂ ਟੈਕਸੀ ਫੜੀ ਤੇ ਚਾਣਕਿਆਪੁਰੀ ਦੇ ਵਿਸ਼ਾਲ ਲਾਨ ਵਿੱਚ ਅਮਰੀਕਨ ਐਮਬੈਸੀ ਦੇ ਪਿਛਵਾੜੇ ਵੀਜ਼ਾ ਕਾਉਂਸਲਰ ਦੇ ਦਫ਼ਤਰ ਪਹੁੰਚਿਆ। ਮੈਂ ਟੈਕਸੀ ਵਾਲੇ ਨੂੰ ਰੁਕਣ ਲਈ ਆਖਿਆ ਕਿਉਂਕਿ ਮੈਨੂੰ ਜਲਦੀ ਸੀ। ਮੈਂ ਅੰਦਰ ਗਿਆ ਤਾਂ ਕਈ ਸ਼ੱਕੀ ਨਿਗਾਹਾਂ ਤੇ ਠੰਡੇ ਚਿਹਰਿਆਂ ਨੇ ਮੈਨੂੰ ਗੌਰ ਨਾਲ ਤੱਕਿਆ। ਦਫ਼ਤਰ ਦਾ ਲਾਨ ਹਿੰਦੁਸਤਾਨੀਆਂ ਨਾਲ ਭਰਿਆ ਹੋਇਆ ਸੀ। ਦੋ ਵੀਜ਼ਾ ਫਾਰਮ ਭਰਨ ਲਈ ਮਸ਼ਰੂਫ ਸਨ। ਮੈਂ ਇਨਕੁਆਇਰੀ ਕਾਊਂਟਰ 'ਤੇ ਗਿਆ। ਉੱਥੇ 200 ਹਿੰਦੁਸਤਾਨੀ ਆਪਣੀ ਵਾਰੀ ਲਈ ਤੜਫ ਰਹੇ ਸਨ, ਘਬਰਾਏ ਹੋਏ, ਮੁਜਰਮਾਂ ਵਾਂਗ ਬੇਵੱਸ। ਉਹਨਾਂ ਦੀਆਂ ਅੱਖਾਂ ਵਿੱਚ ਤਰਲਾ ਤੇ ਡਰ ਦਾ ਅਹਿਸਾਸ ਸੀ। ਮੈਂ ਦੁਬਾਰਾ ਇਨਕੁਆਇਰੀ ਕਲਰਕ ਕੋਲ ਗਿਆ ਤੇ ਉਸਨੂੰ ਆਖਿਆ ਕਿ ਮੈਂ ਕਾਉਂਸਲਰ ਨੂੰ ਛੇਤੀ ਮਿਲਣਾ ਚਾਹੁੰਦਾ ਹਾਂ। ਮੇਰੀ ਬਾਰ-ਬਾਰ ਕੀਤੀ ਅਰਜ਼ ਨੂੰ ਉਸਨੇ ਸੁਣਿਆ ਤੇ ਮੋਢੇ ਝਟਕ ਕੇ ਆਖਿਆ, ਮੈਂ ਕੀ ਕਰਾਂ? ਆਓ ਫਾਰਮ ਭਰ ਦਿਓ ਤੇ ਆਪਣੀ ਵਾਰੀ ਨੂੰ ਉਡੀਕੋ। ਮੈਂ ਇੱਧਰ-ਉੱਧਰ ਦੇਖਿਆ ਤਾਂ ਮੈਨੂੰ ਇੱਕ ਨੋਟਿਸ ਬੋਰਡ ਨਜ਼ਰ ਆਇਆ ਜਿਸ 'ਤੇ ਲਿਖਿਆ ਸੀ ਸਿਰਫ ਅਮਰੀਕਨਾਂ ਲਈ ਤੇ ਇਸ਼ਾਰਾ ਸੀ ਵੀਜ਼ਾ ਕਾਉਂਸਲਰ ਦੇ ਅੰਦਰਲੇ ਦਫ਼ਤਰ ਨੂੰ। 3 ਅਮਰੀਕਨ ਔਰਤਾਂ ਸਿਗਰਟ ਪੀਂਦੀਆਂ ਅੰਦਰੋਂ ਨਿਕਲੀਆਂ। ਉਹ ਉੱਚੀ-ਉੱਚੀ ਗੱਲਾਂ ਕਰ ਰਹੀਆਂ ਸਨ ਤੇ ਹੱਸ ਰਹੀਆਂ ਸਨ। 1 ਘੰਟਾ ਵਿਅਰਥ ਇੰਤਜ਼ਾਰ ਕਰਨ ਪਿੱਛੋਂ ਮੈਂ ਪਰੇਸ਼ਾਨ ਬਾਹਰ ਨਿਕਲਿਆ। ਮੈਨੂੰ ਇਉਂ ਲੱਗਿਆ ਜਿਵੇਂ ਮੈਂ ਭਿਖਾਰੀ ਸਾਂ। ਮੈਂ ਕਾਉਂਸਲੇਟ ਦੀ ਚਾਰਦੀਵਾਰੀ ਨੂੰ ਲੰਘ ਕੇ ਅੰਦਰ ਨਹੀਂ ਸਾਂ ਜਾ ਸਕਿਆ। ਕਾਨੂੰਨ ਦੀ ਖੂਨੀ ਕੰਧ ਸੀ, ਨਿਯਮਾਂ ਦੀ ਸਾਂਸਨੀ ਅਸੂਲਾਂ ਦੀ। ਅਮੀਰ ਆਦਮੀ ਆਪਣੀ ਹਵੇਲੀ ਅੰਦਰ ਕਿਸੇ ਨੂੰ ਵੜਨ ਨਹੀਂ ਦਿੰਦਾ। ਉਹ ਹਰ ਇੱਕ ਉੱਤੇ ਸ਼ੱਕ ਕਰਦਾ ਹੈ। ਉਸ ਨੂੰ ਫਿਕਰ ਲੱਗ ਜਾਂਦਾ ਹੈ ਕਿ ਉਸ ਤੋਂ ਕੋਈ ਕੁਝ ਮੰਗਣ ਲਈ ਆਇਆ ਹੈ। ਉਸ ਨੂੰ ਹਰ ਆਦਮੀ ਚੋਰ, ਜੇਬ ਕਤਰਾ ਤੇ ਸੁਆਲੀ ਕੁੱਤਾ ਨਜ਼ਰ ਆਉਂਦਾ ਹੈ। ਅਮੀਰ ਕੌਮਾਂ ਵੀ ਇਸੇ ਤਰ੍ਹਾਂ ਹੀ ਵੱਖਰਾ ਵਤੀਰਾ ਕਰ ਲੈਂਦੀਆਂ ਹਨ। ਸਾਰਾ ਏਸ਼ੀਆ ਮੰਗਤਾ ਤੇ ਲੋੜਵੰਦ ਕੁੱਤਾ ਸੀ। ਮੇਰੀ ਕੋਸ਼ਿਸ਼ ਨਿਯਮਾਂ ਤੇ ਬਿਕਿਰਕ ਕਿੱਲੇ ਨਾਲ ਟੱਕਰਾਂ ਮਾਰਨ ਦੇ ਬਰਾਬਰ ਸੀ। ਮੈਂ ਆਖਿਰ ਇਸ ਸਥਿਤੀ ਨੂੰ ਕਬੂਲ ਕਰ ਲਿਆ। ਇੱਕ ਵਿਅਰਥ ਕੋਸ਼ਿਸ਼ ਪਿੱਛੋਂ ਮੈਂ ਚੰਡੀਗੜ੍ਹ ਮੁੜ ਆਇਆ, ਜਿਵੇਂ ਕੋਈ ਚਿਤਾ ਜਲਾ ਕੇ ਸ਼ਮਸ਼ਾਨ ਨੂੰ ਮੁੜਿਆ ਹੋਵੇ। ਸਾਰਾ ਦਿਨ ਮੈਂ ਆਪਣੇ ਘਰ ਰਿਹਾ। ਦੁੱਲਾ ਰਾਮ ਆਪਣੇ ਪਹਾੜੀ ਪਿੰਡ ਗਿਆ ਸੀ ਤੇ ਅਜੇ ਉੱਥੋਂ ਨਹੀਂ ਸੀ ਮੁੜਿਆ। ਪਤਾ ਲੱਗਾ ਕਿ ਉੱਥੇ ਝਗੜਾ ਹੋਇਆ ਹੈ ਤੇ ਉਸਦੇ ਚਾਚੇ ਨੇ ਗੁੱਸੇ ਵਿੱਚ ਉਸਦੇ ਕੁਹਾੜੀ ਮਾਰੀ ਤੇ ਉਸਦੀਆਂ 2 ਉਂਗਲਾਂ ਵੱਢੀਆਂ ਗਈਆਂ। ਰੋਟੀ ਪਕਾਉਣ ਵਾਲੀ ਮਾਈ ਵੀ ਚਲੀ ਗਈ ਸੀ। ਘਰ ਬਹੁਤ ਸੁੰਨਾ ਲੱਗ ਰਿਹਾ ਸੀ। ਹਵਾ ਉੱਚੀ ਘਾਹ ਤੇ ਝਾੜੀਆਂ ਵਿੱਚੋਂ ਦੀ ਵਹਿਣ ਪਾਉਂਦੀ ਜਾ ਰਹੀ ਸੀ। ਮੇਰੇ ਦਿਲ ਅੰਦਰ ਡੂੰਘੀ ਉਦਾਸੀ ਸੀ। 3 ਹਫ਼ਤੇ ਲੰਘ ਗਏ। ਮੈਂ ਡਿਪਾਰਟਮੈਂਟ ਵਿੱਚ ਆਪਣੀ ਡਾਕ ਦੇਖਣ ਗਿਆ। ਮੇਰੀ ਮੇਜ਼ ਉੱਤੇ ਇੱਕ ਵੱਡਾ ਲਿਫਾਫਾ ਸੀ ਜਿਸ ਉੱਤੇ ਅਮਰੀਕਨ ਟਿਕਟਾਂ ਤੇ ਮੋਹਰਾਂ ਲੱਗੀਆਂ ਹੋਈਆਂ ਸਨ। ਰਜਿਸਟਰਾਰ ਲੇਬਲ ਵੀ ਸੀ। ਇਹ ਜੀਨੀ ਵੱਲੋਂ ਆਇਆ ਸੀ। ਮੈਂ ਲਿਫਾਫਾ ਖੋਲ੍ਹਿਆ। 5 ਸਫ਼ਿਆਂ ਦੀ ਟਾਈਪ ਕੀਤੀ ਚਿੱਠੀ ਸੀ ਜੋ ਉਸਨੇ ਵਾਈਸ ਚਾਂਸਲਰ ਨੂੰ ਭੇਜੀ ਸੀ ਤੇ ਉਸਨੇ ਇਹ ਮੈਨੂੰ ਭੇਜ ਦਿੱਤੀ ਸੀ ਕਿ ਮੈਂ ਕੀ ਜਵਾਬ ਦੇਵਾਂ। ਮੈਂ ਚਿੱਠੀ ਦੀ ਪਹਿਲੀ ਲਾਈਨ ਪੜ੍ਹੀ ਤੇ ਸਿਰ ਘੁੰਮਣ ਲੱਗਾ। ਮੈਂ ਕੁਰਸੀ 'ਤੇ ਬੈਠ ਗਿਆ, ਐਨਕ ਕੱਢੀ ਤੇ ਹੌਲੀ-ਹੌਲੀ ਪੜ੍ਹਨ ਲੱਗਾ। ਚਿੱਠੀ ਵਿੱਚ 5 ਸੁਰਖੀਆਂ ਸਨ। ਨਿੱਜੀ ਵਰਤਾਓ, ਸਮਾਜਿਕ ਵਰਤਾਓ, ਵਿਆਹੁਤਾ ਜ਼ਿੰਦਗੀ, ਮਾਲੀ ਠੱਗੀਆਂ, ਸਮਾਜ ਨੂੰ ਖਤਰਾ। ਉਸਨੇ ਮੇਰੇ ਖਿਲਾਫ ਕਰਪਸ਼ਨ ਦੇ ਇਲਜ਼ਾਮ ਲਾ ਕੇ ਵਾਈਸ ਚਾਂਸਲਰ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇ। ਚਿੱਠੀ ਦੇ ਅੰਤ ਵਿੱਚ ਇਹ ਲਿਖਿਆ ਸੀ ਕਿ ਉਹ ਇਹ ਚਾਹੁੰਦੀ ਹੈ ਕਿ ਮੇਰਾ ਮਨਹੂਸ ਸਾਇਆ ਬੱਚਿਆਂ 'ਤੇ ਕਦੀ ਨਾ ਪਵੇ। ਮੈਂ ਕਦੇ ਅਮਰੀਕਾ ਦੀ ਧਰਤੀ ਉੱਤੇ ਪੈਰ ਨਾ ਪਾਵਾਂ। ਇਸ ਖੱਤ ਦੀਆਂ ਕਾਪੀਆਂ ਕਰਵਾ ਕੇ ਉਸਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ, ਚਾਂਸਲਰ ਨੂੰ,
ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਨੂੰ, ਕੇਂਦਰੀ ਸਿੱਖਿਆ ਮੰਤਰੀ ਨੂੰ ਤੇ ਅਮਰੀਕਨ ਕਾਉਂਸਲਰ ਨੂੰ ਭੇਜ ਦਿੱਤੀਆਂ ਸਨ। ਚਿੱਠੀ ਇਸ ਤਰ੍ਹਾਂ ਘੜੀ ਹੋਈ ਸੀ ਜਿਵੇਂ ਅਦਾਲਤ ਵਿੱਚ ਮੁਕੱਦਮਾ ਹੋਵੇ। ਮੈਂ ਦੁਬਾਰਾ ਚਿੱਠੀ ਪੜ੍ਹੀ ਤਾਂ ਕਈ ਹੋਰ ਗੱਲਾਂ ਉੱਭਰੀਆਂ। ਉਸ ਨੇ ਮੇਰੇ ਉੱਤੇ ਇਹ ਵੀ ਝੂਠਾ ਦੋਸ਼ ਲਾਇਆ ਕਿ ਮੇਰਾ ਪਹਿਲਾ ਵਿਆਹ ਹੋਇਆ ਸੀ ਤੇ ਮੇਰੀ ਬੀਵੀ ਕਿਸੇ ਪਿੰਡ ਵਿੱਚ ਰਹਿ ਰਹੀ ਸੀ। ਇਹ ਵੀ ਦੋਸ਼ ਲਾਇਆ ਕਿ ਮੈਂ ਸਲਾਈਡ ਪ੍ਰੋਜੈਕਟਰ ਯੂਨੀਵਰਸਿਟੀ ਨੂੰ ਵੇਚ ਕੇ ਪੈਸੇ ਖਰੇ ਕਰ ਲਏ। ਇੱਕ ਹੋਰ ਦੋਸ਼ ਸੀ ਕਿ ਮੈਂ ਕਿਸੇ ਅਮਰੀਕਨ ਯੂਨੀਵਰਸਿਟੀ ਤੋਂ $5000 ਲੈ ਰਹੇ ਸਨ ਤੇ ਕੋਈ ਕੰਮ ਨਹੀਂ ਸੀ ਕੀਤਾ। ਇਹ ਸਾਰੇ ਦੋਸ਼ ਉਸਦੇ ਉਲਾਰ ਮਨ ਦੀ ਕਾਢ ਸਨ। ਮੈਂ ਵਾਈਸ ਚਾਂਸਲਰ ਨੂੰ ਮਿਲਣ ਗਿਆ। ਉਹ ਸਾਗਵਾਨ ਦੇ ਚਮਕਦੇ ਵੱਡੇ ਮੇਜ਼ ਉੱਤੇ ਗੱਦੇਦਾਰ ਕੁਰਸੀ 'ਤੇ ਬੈਠਾ ਸੀ। ਮੇਜ਼ ਉੱਤੇ ਕਾਗਜ਼ਾਂ ਤੇ ਫਾਈਲਾਂ ਦੇ ਢੇਰ ਸਨ। 2 ਚਮਕਦੇ ਹੋਏ ਪੇਪਰਵੇਟ, ਇੱਕ ਬਲੌਰੀ ਕਲਮਦਾਨ ਤੇ ਇੱਕ ਚਿੱਤਿਆ ਹੋਇਆ ਗਲਾਸ। 2 ਸੁਨਹਿਰੀ ਪੈਨ ਕਲਮਦਾਨ ਦਾ ਸ਼ਿੰਗਾਰ ਸਨ ਤੇ ਇੱਕ ਵੱਡਾ ਸੁਰਖ ਗੁਲਾਬ ਉਸਦੇ ਕੋਟ ਦੀ ਕਾਲਰ ਦਾ। ਉਸ ਦੀਆਂ ਤਰਾਸ਼ੀਆਂ ਹੋਈਆਂ ਮੁੱਛਾਂ ਤੇ ਵੱਡਾ ਉੱਚਾ ਮੱਥਾ ਉਸਦੇ ਚਿਹਰੇ ਨੂੰ ਜਲਾਲ ਬਖਸ਼ ਰਹੇ ਸਨ। ਉਸਨੇ ਆਪਣਾ ਢਿੱਲਾ ਹੱਥ ਮੇਰੇ ਵੱਲ ਵਧਾ ਕੇ ਆਖਿਆ, ਬੈਠ ਜਾ। ਮੈਂ ਮਾਨਸਿਕ ਪੀੜ ਨਾਲ ਕੰਬ ਰਿਹਾ ਸਾਂ। ਉਸਦਾ ਭੇਜਿਆ ਹੋਇਆ ਇਹ ਨੋਟ ਕਿ ਮੈਂ ਜੀਨੀ ਦੇ ਇਲਜ਼ਾਮਾਤ ਦਾ ਜਵਾਬ ਦੇਵਾਂ ਮੈਨੂੰ ਡੰਗ ਰਿਹਾ ਸੀ। ਇਹ ਇੱਕ ਨਿੱਜੀ ਮਾਮਲਾ ਸੀ, ਪਤੀ ਪਤਨੀ ਦਾ ਇੱਕ ਘਰੇਲੂ ਝਗੜਾ। ਮੈਂ ਉਸਨੂੰ ਸਾਰੀ ਗੱਲ ਸੁਣਾਈ ਤੇ ਦੱਸਿਆ ਕਿ ਕਿਸ ਤਰ੍ਹਾਂ ਜੀਨੀ ਸਾਡੇ ਘਰ ਨੂੰ ਹੂੰਝ ਕੇ ਬੱਚਿਆਂ ਨੂੰ ਨਾਲ ਲੈ ਕੇ ਕਾਉਂਸਲੇਟ ਦੀ ਛਤਰ ਛਾਇਆ ਹੇਠ ਅਮਰੀਕਾ ਚਲੀ ਗਈ ਸੀ। ਵਾਈਸ ਚਾਂਸਲਰ ਨੂੰ ਚਾਹੀਦਾ ਸੀ ਕਿ ਉਹ ਕੈਂਪਸ ਉੱਤੇ ਮੇਰੇ 8 ਸਾਲਾਂ ਦੇ ਰਚਨਾਤਮਕ ਕੰਮ ਨੂੰ ਤੇ ਮੈਨੂੰ ਪਰਖੇ, ਨਾ ਕਿ ਇੱਕ ਘਰੋਂ ਭੱਜੀ ਹੋਈ ਬੀਵੀ ਦੀ ਇੱਕ ਪਾਗਲ ਚਿੱਠੀ ਤੋਂ। ਮੈਂ ਉਸਨੂੰ ਮਿੰਨਤ ਕੀਤੀ ਤੇ ਕਿਹਾ ਕਿ ਉਹ ਮੇਰੇ ਘਰ ਆ ਕੇ ਆਪਣੀ ਅੱਖਾਂ ਨਾਲ ਸਾਰਾ ਹਾਲ ਦੇਖੇ, ਪਰ ਉਹ ਉਸੇ ਤਰ੍ਹਾਂ ਕੁਰਸੀ 'ਤੇ ਬੈਠਾ ਰਿਹਾ। ਉਹੀ ਬਲੋਚ ਮੁਸਕਰਾਹਟ, ਉਹੀ ਬਾਰ-ਬਾਰ ਹੱਥਾਂ ਨੂੰ ਮਲਦਾ ਹੋਇਆ। ਉਸ ਆਖਿਆ, ਮੈਂ ਤੇਰੇ ਘਰ ਨਹੀਂ ਆ ਸਕਦਾ, ਇਸ ਨਾਲ ਤੈਨੂੰ ਨੁਕਸਾਨ ਹੋਵੇਗਾ। ਕਿਸ ਤਰ੍ਹਾਂ? ਇਸ ਤਰ੍ਹਾਂ ਮੈਂ ਇੱਕ ਪ੍ਰਕਾਰ ਤੇਰਾ ਪੱਖ ਪੂਰਨ ਦਾ ਦੋਸ਼ੀ ਬਣ ਜਾਵਾਂਗਾ। ਮੈਂ ਨਿਰਲੇਪ ਰਹਿਣਾ ਚਾਹੁੰਦਾ ਹਾਂ, ਪਰ ਤੁਹਾਨੂੰ ਅਸਲੀਅਤ ਜਾਣਨੀ ਚਾਹੀਦੀ ਹੈ। ਮਿਹਰਬਾਨੀ ਕਰਕੇ ਮੇਰੇ ਨਾਲ ਆਓ ਅਤੇ ਮੇਰੇ ਘਰ ਦੀ ਹਾਲਤ ਵੇਖੋ। ਇਹ ਬਹੁਤ ਜ਼ਰੂਰੀ ਹੈ। ਤੁਹਾਨੂੰ ਹਕੀਕਤ ਜਾਣਨੀ ਚਾਹੀਦੀ ਹੈ। ਮੈਨੂੰ ਬਹੁਤ ਸਦਮਾ ਪੁੱਜਾ ਹੈ। ਮੈਂ ਮਿੰਨਤ ਕਰਦਾ ਹਾਂ 2 ਮਿੰਟਾਂ ਲਈ ਤੇ ਮੇਰਾ ਸ਼ੁਕਰਗੁਜ਼ਾਰ ਹੋਵਾਂਗਾ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ। ਉਹ ਮੁਸਕਰਾਇਆ, ਉਸੇ ਤਰ੍ਹਾਂ ਹੱਥ ਮਲਦਾ ਹੋਇਆ। ਜੋ ਤੂੰ ਆਖਣਾ ਹੈ ਉਹ ਮੈਨੂੰ ਲਿਖ ਕੇ ਭੇਜ ਦੇ। ਜੇ ਮੈਂ ਤੁਹਾਡੀ ਜਗ੍ਹਾ ਹੁੰਦਾ ਤਾਂ ਅਜਿਹੇ ਖਤ ਨੂੰ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੰਦਾ। ਉਹ ਬੇਲਾਗ ਠੰਡੀਆਂ ਨਜ਼ਰਾਂ ਨਾਲ ਮੈਨੂੰ ਦੇਖਦਾ ਰਿਹਾ। ਫਿਰ ਉਹੀ ਮੁਸਕਰਾਹਟ। ਮੈਂ ਥੱਕ ਗਿਆ ਸਾਂ। ਇਸੇ ਹਾਲਤ ਵਿੱਚ ਮੈਂ ਘਰ ਮੁੜਿਆ, ਇਹ ਸੋਚਦਾ ਹੋਇਆ ਕਿ ਕਿਸ ਤਰ੍ਹਾਂ ਸਿੱਖਿਆ ਦੇ ਕਲਾ ਤੇ ਕੇਂਦਰ ਪੁਲਿਸ ਦੀਆਂ ਚੌਕੀਆਂ ਬਣ ਗਏ ਸਨ। ਧੰਨਵਾਦ। ਬਾਕੀ ਅਗਲੇ ਅੰਕ ਵਿੱਚ।